मॉर्निंग टू ऑल ऑफ यू। ਤੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਡੈਰੀਵੇਟਿਵ। ਸੋ ਵਾਟ ਆਰ ਦਾ ਡੈਰੀਵੇਟਿਵ? ਡੈਰੀਵੇਟਿਵਸ ਆਰ ਦਾ ਫਾਈਨੈਂਸ਼ੀਅਲ ਇੰਸਟਰੂਮੈਂਟ। ਅਜਿਹਾ ਫਾਈਨੈਂਸ਼ੀਅਲ ਇੰਸਟਰੂਮੈਂਟ ਹੈ ਜਿਹਦੀ ਵੈਲਿਊ ਉਸ ਐਸੈਟ ਜਾਂ ਸਟਾਕ ਜਾਂ ਕਮੋਡਿਟੀ ਤੋਂ ਆਉਂਦੀ ਹੈ ਜਿਹਦੇ ਵਿੱਚ ਲਈ ਉਹ ਡੈਰੀਵੇਟਿਵ यूज किया जा रहा है। सो ਜਿਹੜਾ ਡੈਰੀਵੇਟਿਵ ਹੈ ਉਹਦੀ ਆਪਣੀ ਕੋਈ ਵੈਲਿਊ ਨਹੀਂ ਹੁੰਦੀ। ਸੋ ਡੈਰੀਵੇਟਿਵ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਨਾਲ ਤੁਹਾਨੂੰ ਦੱਸ ਦੇਣਾ। ਸਪੋਜ਼ ਤੁਸੀਂ ਕਿਸੇ ਕਲਚਰਲ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਹੋ ਤੇ ਉੱਥੇ ਸਪੋਜ਼ ਅਲੱਗ-ਅਲੱਗ ਕੈਟਾਗਰੀ ਦੀਆਂ ਟਿਕਟਸ ਨੇ। ਮੰਨ ਲਓ ਪਹਿਲੀ 5000 ਦੀ ਹੈ, ਫਿਰ 2000 ਦੀ ਹੈ, ਫਿਰ 1000 ਦੀ ਹੈ। ਜਦੋਂ ਤੁਸੀਂ ਉਹ ਟਿਕਟ ਬੁੱਕ ਕਰਨਾ ਚਾਹੁੰਦੇ ਸੀ ਤਾਂ 1000 ਰੁਪਏ ਵਾਲੀ ਟਿਕਟ ਜਿਹੜੀ ਹੈ ਉਹ ਦੀ ਸੇਲ ਬੰਦ ਹੋ ਗਈ, ਪਰ ਤੁਸੀਂ ਜਾਣਾ ਚਾਹੁੰਦੇ ਹੋ। ਤੇ ਸਪੋਜ਼ ਤੁਸੀਂ ਕਿਸੇ ਵਿਅਕਤੀ ਦੇ ਸੰਪਰਕ 'ਚ ਆ ਗਏ ਜਿਹੜਾ ਉਸ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਨੇ, ਤਾਂ ਉਹਨਾਂ ਨੇ ਤੁਹਾਨੂੰ ਸਪੋਜ਼ ਕੋਈ ਲੈਟਰ ਬਣਾ ਕੇ ਦੇ ਦਿੱਤਾ ਕਿ ਲੈਟਰ ਦੇ ਉੱਪਰ ਮੈਂ ਰੈਫਰੈਂਸ ਲਿਖਤਾ ਤੇ ਇਸ ਲੈਟਰ ਨੂੰ ਅਗਰ ਤੁਸੀਂ ਲੈ ਕੇ ਜਾਓਗੇ then you will be eligible for 1000 rupees ticket। ਤੁਹਾਨੂੰ ਮਿਲ ਜਾਏਗੀ ਟਿਕਟ। ਮਤਲਬ ਤੇ ਸਪੋਜ਼ ਤੁਸੀਂ ਉਸ ਦਿਨ ਉਸ ਪ੍ਰੋਗਰਾਮ 'ਚ ਨਹੀਂ ਜਾ ਪਾਏ ਤਾਂ ਉਹ ਲੈਟਰ ਦੀ ਵੈਲਿਊ ਜਿਹੜੀ ਹੈ ਉਹ 0 ਹੋ ਜਾਏ। ਸੋ ਉਹਦੀ ਆਪਣੀ ਕੋਈ ਵੈਲਿਊ ਨਹੀਂ ਸੀ। that was the derivative। ਸੋ ਡੈਰੀਵੇਟਿਵ ਹੈ ਕਿਸੇ ਵੀ ਦੋ ਪਾਰਟੀਜ਼ ਦੇ ਵਿੱਚ ਦਾ ਕੰਟਰੈਕਟ ਹੈ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਚੀਜ਼ ਜਿਹੜੀ ਹੈ ਉਹ ਲੈਣ ਦੇਣ ਨਹੀਂ ਹੋ ਰਹੀ, ਪਰ ਜਿਹੜੀ ਫਿਊਚਰ ਦੇ ਵਿੱਚ ਜੋ ਵੀ ਟ੍ਰਾਂਜੈਕਸ਼ਨ ਹੋਏਗੀ ਉਹਦਾ ਬੇਸ ਇਹ ਕੰਟਰੈਕਟ ਹੋਏਗਾ ਤੇ ਇਸ ਨੂੰ ਅਸੀਂ ਜਿਹੜਾ ਉਹ ਡੈਰੀਵੇਟਿਵ ਕਹਿ ਸਕਦੇ। ਫਿਰ ਅਸੀਂ ਗੱਲ ਕਰੀਏ ਕਿ ਪਾਰਟਿਸਪੈਂਟਸ ਜਿਹੜੇ ਨੇ ਉਹ ਕਿਹੜੇ-ਕਿਹੜੇ ਨੇ ਡੈਰੀਵੇਟਿਵ ਦੇ ਵਿੱਚ। ਸਪੋਜ਼ ਪਹਿਲਾ ਜਿਹੜਾ ਪਾਰਟਿਸਪੈਂਟ ਹੈ ਦੈਟ ਇਜ਼ ਹੈਜ਼ਰਸ। ਤੇ ਹੈਜ਼ਰ ਤੁਸੀਂ ਸਮਝਦੇ ਹੋ, ਹੈਜਿਸ ਤੋਂ ਵਰਡ ਆਇਆ ਇਹ। ਹੈਜ ਦਾ ਮਤਲਬ ਇੱਕ ਪ੍ਰੋਟੈਕਟਿਵ ਸਰਕਲ ਜਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਲੈਣਾ ਚਾਰੋਂ ਤਰਫ। ਸੋ ਦੈਟ ਇਜ਼ ਹੈਜਿਸ। ਤੇ ਹੈਜ਼ਰ ਕੌਣ ਹੋਏ? ਹੈਜ਼ਰ ਉਹ ਪਰਸਨ ਜਾਂ ਉਹ ਇਨਵੈਸਟਰ ਨੂੰ ਕਿਹਾ ਜਾਏਗਾ ਜਿਹੜਾ ਕਿ that seeks to invest the position or anticipate the position in the spot market by using an opposite position in that। मतलब अगर वो इन्वेस्ट कर रहे हैं ਤੇ ਆਉਣ ਵਾਲੇ ਦਿਨਾਂ 'ਚ ਉਹਨੂੰ ਲੱਗਦਾ ਵੀ ਸਥਿਤੀਆਂ ਮਾਰਕੀਟ ਦੀਆਂ ਮੇਰੇ ਅਗੇਂਸਟ ਹੋ ਸਕਦੀਆਂ ਨੇ, ਇਸ ਕਰਕੇ ਉਹ ਜਿਹੜਾ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਚੱਲਦਾ ਹੈ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਦੇ ਵਿੱਚ। ਤੇ ਉਸ ਇਨਵੈਸਟਰ ਨੂੰ ਅਸੀਂ ਜਿਹੜਾ ਉਹ ਹੈਜ਼ਰ ਕਹਿ ਸਕਦੇ ਹਾਂ। ਤੇ ਨੈਕਸਟ ਆ ਗਿਆ ਸਪੈਕੂਲੇਟਰਸ। ਸਪੈਕੂਲੇਟਰਸ ਵੀ ਜਿਹੜਾ ਵਰਡ ਸਪੈਕੂਲੇਸ਼ਨ ਨਾਲ ਜੁੜਿਆ ਹੋਇਆ ਹੈ। ਸਪੈਕੂਲੇਸ਼ਨ ਮੀਨ ਸੱਟੇਬਾਜ਼ੀ। ਮਤਲਬ ਜਿਹੜਾ ਇਨਵੈਸਟਰ ਆਪਣੇ ਆਪ ਨੂੰ ਹੈਜਿੰਗ ਨਹੀਂ ਕਰਦਾ, ਪ੍ਰੋਟੈਕਟ ਕਰਕੇ ਨਹੀਂ ਚੱਲਦਾ, ਬਲਕਿ ਆਪਣੇ ਐਨਾਲਿਸਿਸ ਦੇ ਮੁਤਾਬਿਕ ਮਾਰਕੀਟ ਦੇ ਵਿੱਚ ਇਨਵੈਸਟ ਕਰਦਾ ਹੈ, that is speculator। मतलब ਰਿਸਕ ਲੈਣਾ ਚਾਹੁੰਦਾ ਹੈ, ਕੋਈ ਹੈਜਿਸ ਨਹੀਂ ਕਰ ਰਿਹਾ, ਐਨਾਲਿਸਿਸ ਕਰਨ ਤੋਂ ਬਾਅਦ ਇਨਵੈਸਟਮੈਂਟ ਕਰ ਰਿਹਾ, ਤਾਂ ਉਹਨੂੰ ਅਸੀਂ ਜਿਹੜਾ ਉਹ ਸਪੈਕੂਲੇਟਰ ਕਹਿ ਸਕਦੇ। ਫਿਰ ਤੀਸਰੇ ਟਾਈਪ ਦਾ ਜਿਹੜਾ ਪਾਰਟਿਸਪੈਂਟ ਆ ਜਾਂਦਾ ਹੈ that is ਆਰਬਿਟਰੇਜਰ। ਆਰਬਿਟਰੇਜਰ ਇੱਕ ਤਰ੍ਹਾਂ ਦੀ ਇੱਕ ਪ੍ਰੋਸੈਸ ਹੈ, ਪ੍ਰਕਿਰਿਆ ਹੈ ਜਿਹਦੇ ਵਿੱਚ ਬਾਇੰਗ ਤੇ ਸੈਲਿੰਗ ਦੋਨੋਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਚੱਲਦੀਆਂ ਨੇ। ਸਪੋਜ਼ ਇੱਕ ਮਾਰਕੀਟ ਦੇ ਵਿੱਚ ਲੱਗਦਾ ਉਹਨਾਂ ਨੂੰ ਕਿ ਮੈਨੂੰ ਲਾਸ ਹੈ, ਦੂਜੀ ਥਾਂ ਤੇ ਪ੍ਰੋਫਿਟ ਹੈ, ਤਾਂ ਹੀ ਵਿਲ ਬਾਈ ਫਰੋਮ ਏ ਮਾਰਕੀਟ ਐਂਡ ਦੈਨ ਹੀ ਵਿਲ ਸੈਲ ਦਾ ਪ੍ਰੋਡਕਟ ਟੂ ਅਨਦਰ ਮਾਰਕੀਟ। ਤੇ ਹੁਣ ਅਸੀਂ ਗੱਲ ਕਰੀਏ ਜੇ ਇੰਡੀਅਨ ਡੈਰੀਵੇਟਿਵ ਮਾਰਕੀਟ ਦੀ,
इंडियन डेरिवेटिव मार्केट दे विच भी कुछ तरह के जिहड़े डेरिवेटिव्स यूज होंदे ने उन्हां दी शुरुआत है जिहड़ी है वो इन द ईयर ऑफ 2000 दे विच होई सी जदों नैशनल स्टॉक एक्सचेंज ते बॉम्बे स्टॉक एक्सचेंज वालों जिहड़ी ट्रेडिंग इक्विटी दे विच शुरू की गई सी ते सब तो पहला जिहड़ा इंडेक्स फ्यूचर डेरिवेटिव सी ਉਹ ਜੂਨ 2000 ਦੇ ਵਿੱਚ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਆ ਗਿਆ ਸੀ ਇੰਡੈਕਸ ਆਪਸ਼ਨਸ ਜੂਨ 2001 ਦੇ ਵਿੱਚ ਜੂਨ 2001 ਦੇ ਵਿੱਚ ਐਂਡ ਦੈਨ ਆਪਸ਼ਨਸ ਇਨ ਇੰਡੀਵਿਜੂਅਲ ਸਟਾਕਸ ਇਹ ਵੀ ਜਿਹੜਾ 2001 ਦੇ ਵਿੱਚ ਆਇਆ ਸੀ ਜੁਲਾਈ ਦੇ ਵਿੱਚ ਐਂਡ ਦ ਫੋਰਥ ਵਨ ਵਾਸ ਫਿਊਚਰਸ ਇਨ ਸਿੰਗਲ ਸਟਾਕ ਡੈਰੀਵੇਟਿਵ ਤੇ ਇਹ ਨਵੰਬਰ 2001 ਦੇ ਵਿੱਚ ਇੰਟਰੋਡਿਊਸ ਹੋਇਆ ਸੀ। So these are some types of derivative markets in Indian system, and now we will discuss economic function of derivative market. ਜਿਹੜੀ derivative market ਹੈ ਉਹਦੇ economic functions ਜਿਹੜੇ ਆ ਉਹ ਕੀ ਨੇ ਜਿਵੇਂ derivative market ਜਿਹੜੀ ਹੈ that helps in transferring the risk from one investor to another investor मतलब एक इन्वेस्टर तो रिस्क ਨੂੰ ਘਟਾ ਕੇ ਦੂਜੇ ਇਨਵੈਸਟਰ ਤੱਕ ਜਿਹੜਾ ਟ੍ਰਾਂਸਫਰ ਹੈ ਉਹ ਡੈਰੀਵੇਟਿਵ ਕਰਦੇ ਫਿਰ ਡੈਰੀਵੇਟਿਵ ਮਾਰਕੀਟ ਜਿਹੜੀ ਰਿਫਲੈਕਟ ਕਰਦੀ ਹੈ ਪਰਸੈਪਸ਼ਨ ਆਫ ਪਾਰਟਿਸਿਪੈਂਟ ਜਿਹੜੇ ਇਨਵੈਸਟਰ ਨੇ ਉਹਨਾਂ ਦੀ ਜਿਹੜੀ ਪਰਸੈਪਸ਼ਨ ਹੈ ਉਸ ਨੂੰ ਰਿਫਲੈਕਟ ਕਰਦਾ ਡੈਰੀਵੇਟਿਵ about the future price of underlying asset कि ये price जिहड़ा किसी भी commodity दा equity दा in the coming days will fall or gain so वो interest लेंदे ने क्योंकि derivatives दे कारण वो investment करन लायक हो जांदे ने and the another function of derivative is derivative market encourages long run investment लंबे समय की इन्वेस्टमेंट दे विच भी जिहड़ा डेरिवेटिव मार्केट है वो हेल्पफुल होंदी है। नाउ वी विल डिस्कस टाइप्स ऑफ डेरिवेटिव्स। सो व्हाट आर द टाइप्स ऑफ डेरिवेटिव्स? फर्स्ट वन इज फॉरवर्ड ट्रेडिंग। सो फॉरवर्ड ट्रेडिंग विच की है फॉरवर्ड कंट्रैक्ट इज एन एग्रीमेंट। ये एग्रीमेंट होता है दो एंटाइटीज दे विच या दो पार्टीज दे विच where the exchange takes place on a specific future date for today's specified price ਅੱਜ ਦੀ ਪ੍ਰਾਈਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਇਕੁਇਟੀ ਨੂੰ ਖਰੀਦ ਵੇਚ ਦੇ ਜੋ ਕੰਟਰੈਕਟ ਕੀਤਾ ਜਾਂਦਾ ਹੈ that is forward trade। ਫਾਰਵਰਡ ਕੰਟਰੈਕਟਸ ਜਿਹੜੇ ਆ ਇਹਨਾਂ ਨੂੰ ਅਸੀਂ ਕਸਟਮਾਈਜ਼ਡ ਕੰਟਰੈਕਟਸ ਵੀ ਕਹਿ ਸਕਦੇ ਹਾਂ ਤੇ settlement is done according to the contemporary requirement जो भी contracts ਦੇ ਸਮਝੌਤਾ ਜਿਹੜਾ ਹੁੰਦਾ ਹੈ। and then the another type of derivative is futures ਤੇ future contracts ਵੀ ਇੱਕ ਤਰ੍ਹਾਂ ਦਾ agreement ਹੈ ਦੋ ਪਾਰਟੀ ਦੇ ਵਿੱਚ to buy or sell an asset at certain time in future at certain prices। ਹੁਣ ਇਹਦੇ ਵਿੱਚ आने वाले समय की प्राइसेस होंदियां ने ਉਹਦੇ ਆਧਾਰ ਤੇ ਇਹ ਕੰਟਰੈਕਟ ਕੀਤਾ ਜਾਂਦਾ ਜਿਹੜੇ ਫਿਊਚਰ ਕੰਟਰੈਕਟਸ ਨੇ ਇਹ ਸਪੈਸ਼ਲ ਟਾਈਪਸ ਆਫ ਫਾਰਵਰਡਿੰਗ ਕੰਟਰੈਕਟਸ ਨੇ ਜਿਵੇਂ ਕਿ ਇਨ ਦਾ ਸੈਂਸ ਦੈਟ the former are standardized exchange traded contracts standardize ਕੀਤਾ ਜਾਂਦਾ ਟਾਈਮਿੰਗ ਨੂੰ ਲੈ ਕੇ and third types of derivative is options। options ਜਿਹੜੀਆਂ ਨੇ ਉਹ contracts where buyers and contracts have the right but not the obligation ਤੇ ਜਿਹੜਾ ਵੀ ਇਹ ਕੰਟਰੈਕਟ ਹੁੰਦਾ ਉਹਨਾਂ ਦਾ ਰਾਈਟ ਬਣ ਜਾਂਦਾ ਹੈ ਕੋਈ obligation ਨਹੀਂ ਹੈ ਕਿ ਅਸੀਂ ਇਸ ਪ੍ਰਾਈਸ ਤੇ ਇਸ ਟਾਈਮ ਦੇ ਵਿੱਚ ਜਿਹੜੀ ਇਕੁਇਟੀ ਹੈ ਜਾਂ ਕਮੋਡਿਟੀ ਹੈ ਉਹ ਪਰਚੇਸ ਕਰ ਰਹੇ ਹਾਂ ਜਾਂ ਸੇਲ ਕਰ ਰਹੇ ਹਾਂ। ਆਪਸ਼ਨਸ ਜਿਹੜੀਆਂ ਨੇ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਕਾਲ ਆਪਸ਼ਨ ਹੁੰਦੀ ਹੈ ਇੱਕ ਪੁੱਟ ਆਪਸ਼ਨ ਹੁੰਦੀ ਹੈ। ਸੋ ਕਾਲ ਆਪਸ਼ਨ ਜਿਹੜੀ ਹੈ
gives the buyer right but not the obligation to buy a given quantity of the underlying asset। जो भी समझौते ਵਿੱਚ जिन्नी भी ਜਿਹੜੀ ਹੈ ਕੁਆਂਟੀਟੀ ਦਾ ਹੋਇਆ ਤੇ at given price on or before a given date of future, ਜੋ ਵੀ ਡੇਟ ਤੈਅ ਹੋਈ ਆ ਆਉਣ ਵਾਲੇ ਸਮੇਂ ਦੀ ਉਸ ਤੋਂ ਪਹਿਲਾਂ ਵੀ ਜਿਹੜਾ ਹੋ ਸਕਦੀ ਹੈ। but put option gives the buyer the right, ਉਹ ਸਮਝਣ ਵਾਲੀ ਚੀਜ਼ ਹੈ ਜਿਹੜੀ put option ਹੈ ਉਹ buyer ਨੂੰ right ਦਿੰਦੀ ਹੈ but not the obligation to sell a given quantity of underlying asset at a given price, मतलब on or before the date। फिर ਅਸੀਂ ਗੱਲ ਕਰਦੇ ਹਾਂ ਵਾਰੰਟਸ। ਵਾਰੰਟਸ are the special type of option। ਇਸ option ਦੀ majority time ਜਿਹੜਾ ਉਹ 1 ਸਾਲ ਤੋਂ ਵੱਧ ਹੋ ਸਕਦਾ ਹੈ ਤੇ ਵਾਰੰਟਸ ਜਿਹੜੇ ਹੈ ਜਨਰਲੀ ਟ੍ਰੇਡਡ ਓਵਰ ਦਾ ਕਾਊਂਟਰ ਤੇ ਹੀ ਇਹਨਾਂ ਦੀ ਜਿਹੜੀ ਲੈਣ ਦੇਣ। and then leaps ਜਿਵੇਂ ਕਿ ਨਾਮ ਤੋਂ ਹੀ ਲੱਗਦਾ ਲੌਂਗ ਟਰਮ ਇਕੁਇਟੀ ਐਂਟੀਸਿਪੇਸ਼ਨ ਸਿਕਿਉਰਿਟੀਜ਼ ਤੇ ਇਹ ਜਿਹੜੀਆਂ ਆਪਸ਼ਨ ਹੈ ਇਹਦਾ ਮੈਜੋਰਟੀ ਪੀਰੀਅਡ ਜਿਹੜਾ 3 ਸਾਲ ਤੱਕ ਉਹ ਹੋ ਸਕਦਾ ਹੈ। ਤੇ ਫਿਰ ਅਸੀਂ ਗੱਲ ਕਰਦੇ ਹਾਂ ਸਵੈਪਸ ਦੀ। ਸਵੈਪਸ ਦੇ ਵਿੱਚ ਇੰਟਰਸਟ ਰੇਟ ਸਵੈਪ ਤੇ ਕਰੰਸੀ ਸਵੈਪਸ ਹੋ ਸਕਦੇ ਨੇ। ਮੋਸਟਲੀ ਸਵੈਪਸ ਦਾ ਯੂਜ਼ ਜਿਹੜਾ ਉਹ ਇੰਟਰ ਕਰੰਸੀ ਜਿਹੜਾ ਹੋਣ ਦੀ ਸੰਭਾਵਨਾ ਰਹਿੰਦੀ। ਇੰਟਰ ਕਰੰਸੀ ਇਨ ਦਾ ਸੈਂਸ ਸਪੋਜ਼ ਕੋਈ ਇੰਡੀਆ ਦੇ ਵਿੱਚ ਬਿਜ਼ਨਸਮੈਨ ਹੈ ਤੇ ਉਹਨੇ ਲੋਨ ਲਿਆ ਹੋਇਆ ਹੈ ਸਪੋਜ਼ ਅਮਰੀਕਨ ਬੈਂਕ ਤੋਂ ਤੇ ਉਹਨੇ ਅਮਰੀਕਨ ਕਰੰਸੀ ਦੇ ਵਿੱਚ ਹੀ ਜਿਹੜੀ ਹੈ ਪੇਮੈਂਟ ਕਰਨੀ ਹੈ, ਚਾਹੇ ਉਹ ਇੰਟਰਸਟ ਹੈ ਚਾਹੇ ਉਹ ਪ੍ਰਿੰਸੀਪਲ ਵੈਲਿਊ ਹੈ। ਦੂਜੇ ਪਾਸੇ ਸਪੋਜ਼ ਕੋਈ ਵੀ ਵਿਅਕਤੀ ਅਮਰੀਕਾ ਦਾ ਉਸਨੇ ਵੀ ਬਿਜ਼ਨਸ ਕਰ ਰਿਹਾ ਹੈ ਬਟ ਹੀ ਟੁਕ ਲੋਨ ਫਰੋਮ ਇੰਡੀਅਨ ਬੈਂਕ ਤੇ ਉਹਨੂੰ ਇੰਡੀਅਨ ਕਰੰਸੀ ਦੇ ਵਿੱਚ ਹੀ ਆਪਣੀ ਪ੍ਰਿੰਸੀਪਲ ਵੈਲਿਊ ਦੀ ਪੇਮੈਂਟ ਵੀ ਕਰਨੀ ਹੈ ਤੇ ਇੰਟਰਸਟ ਦੀ ਵੀ ਕਰਨੀ ਹੈ। ਸੋ ਜਿੰਨੀ ਦੇਰ ਤੱਕ ਕਰੰਸੀ ਸਟੇਬਲ ਰਹਿੰਦੀ ਹੈ ਇਟਸ ਓਕੇ, ਪਰ ਜਦੋਂ ਕਰੰਸੀ ਫਲਕਚੁਏਟ ਹੁੰਦੀ ਹੈ ਸਪੋਜ਼ ਕਦੇ ਡਾਲਰ ਸਟਰੋਂਗ ਹੋ ਗਿਆ ਕਦੇ ਰੁਪਇਆ ਸਟਰੋਂਗ ਹੋ ਗਿਆ ਤਾਂ ਉਹਨਾਂ ਤੇ ਬਰਡਨ ਵੱਧ ਜਾਂਦਾ ਹੈ। ਜੇ ਡਾਲਰ ਸਟਰੋਂਗ ਹੋ ਗਿਆ ਤਾਂ ਅਮਰੀਕਾ ਵਾਲੇ ਨੂੰ ਜ਼ਿਆਦਾ ਪੇਮੈਂਟ ਕਰਨੀ ਪਏਗੀ, ਜੇ ਰੂਪੀ ਸਟਰੋਂਗ ਹੋ ਗਿਆ ਤਾਂ ਰੂਪੀਜ਼ ਦੇ ਵਿੱਚ ਜ਼ਿਆਦਾ ਪੇਮੈਂਟ ਹੋਣੀ ਹੈ, ਮਤਲਬ ਦੋਨਾਂ ਨੂੰ ਨੁਕਸਾਨ ਹੁੰਦਾ ਇਸ ਦੇ ਵਿੱਚ। ਇਸ ਕਰਕੇ ਉਹ ਸਵੈਪਸ ਰਾਹੀਂ ਆਪਸ਼ਨ ਦੇ ਵਿੱਚ ਕੰਟਰੈਕਟ ਕਰ ਲੈਂਦੇ ਨੇ। ਉਹ ਕੰਟਰੈਕਟ ਇਹ ਦੱਸਦਾ ਹੈ ਕਿ ਜਿਵੇਂ ਇੰਡੀਆ ਵਾਲੇ ਨੇ ਅਮਰੀਕਾ ਨੂੰ ਕਹਤਾ ਵੀ ਤੁਸੀਂ ਮੇਰਾ ਇੰਟਰਸਟ ਤੇ ਮੇਰੀ ਪੇਮੈਂਟ ਪੈਂਡਿੰਗ ਪੇਮੈਂਟ ਕਰਿਓ ਤੇ ਅਮਰੀਕਾ ਵਾਲਾ ਬਿਜ਼ਨਸਮੈਨ ਇੰਡੀਅਨਸ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੀ ਪ੍ਰਿੰਸੀਪਲ ਵੈਲਿਊ ਤੇ ਇੰਟਰਸਟ ਪੇ ਕਰਿਓ। ਉਸ ਪੋਜੀਸ਼ਨ 'ਚ ਜਿੱਥੇ ਦੋਨਾਂ ਦਾ ਲੋਨ ਜਾਂ ਪੇਮੈਂਟ ਸਟਾਰਟਿੰਗ ਦੇ ਵਿੱਚ ਲਗਭਗ ਇਕੁਅਲ ਹੈ, ਮਤਲਬ ਸਪੋਜ਼ ਉਹਨੇ ਵੀ ਉਹਨੇ ਦਾ ਲੋਨ ਲਿਆ ਇੰਡੀਅਨ ਰੂਪੀਜ਼ ਦੇ ਹਿਸਾਬ ਨਾਲ ਤੇ ਇੰਡੀਅਨ ਬਿਜ਼ਨਸਮੈਨ ਨੇ ਅਮਰੀਕਾ ਦੇ ਹਿਸਾਬ ਨਾਲ ਇਕੁਅਲੀ ਲੋਨ ਲਿਆ ਤੇ ਇਕੁਅਲੀ ਉਹਨਾਂ ਦੀ ਜਿਹੜੀ ਹੈ ਪੇਮੈਂਟ ਹੈ। ਇਹ ਕੰਟਰੈਕਟ ਸਿਰਫ ਉਹਨਾਂ ਸਥਿਤੀਆਂ ਦੇ ਲਈ ਕੀਤਾ ਗਿਆ ਕਿ ਅਗਰ ਇਨ ਦ ਕਮਿੰਗ ਡੇਜ਼ ਕਰੰਸੀ ਜਿਹੜੀ ਹੈ ਉਹ ਫਲਕਚੁਏਟ ਕਰਦੀ ਹੈ। ਸੋ this was the swaps option and now